वाहेगुरु जी का खालसा वाहेगुरु जी की फतेह। प्यारी संगत जीओ, से हर नाम ध्यावै जो हर रते। ਉਹੀ ਪੁਰਖ ਨਾਮ ਧਿਆਉਂਦੇ ਹਨ ਜਿਹੜੇ ਹਰੀ ਦੇ ਨਾਮ ਦੇ ਵਿੱਚ ਰਤੇ ਹੋਏ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਤਿਆ ਕੀ ਹੁੰਦਾ ਹੈ? ਰਤਿਆ ਹੁੰਦਾ ਹੈ ਉਹਦੇ ਰੰਗ ਦੇ ਵਿੱਚ ਰੰਗੇ ਜਾਣਾ। ਪ੍ਰਭੂ ਦੇ ਅਨੁਸਾਰ ਜੀਵਨ ਰੰਗਣਾ। ਇੱਕ ਤੇ ਰੰਗਾਰੀ ਹੁੰਦਾ ਹੈ ਜਿਹੜਾ ਕਪੜਾ ਰੰਗ ਕਰਦਾ ਹੈ, ਉਹ ਰੰਗ ਨਹੀਂ। ਇੱਕ ਨਾਮ ਰੰਗ ਹੈ ਜੋ ਕਿ ਅੰਦਰ ਠੰਡ ਔਰ ਸ਼ਾਂਤੀ ਪਾਉਂਦਾ ਹੈ। ਔਰ ਜਿਹਨੂੰ ਇਹ ਰੰਗ ਚੜ ਗਿਆ, ਲਾਲ ਰੰਗ ਜਿਸ ਕੋ ਲਗਾ ਸੇ ਵਡਭਾਗਾ, ਉਹ ਵਡਭਾਗੀ ਹੋ ਜਾਂਦੇ ਹਨ ਜਿਨ੍ਹਾਂ ਨੇ ਨਾਮ ਦੇ ਨਾਲ ਪ੍ਰੀਤਾਂ ਲਾਈਆਂ, ਗੁਰੂ ਨਾਨਕ ਨਾਲ ਸਾਂਝ ਪਾਈਆਂ ਹਨ। ਉਹਨਾਂ ਨੂੰ ਕਿਸੇ ਗੱਲ ਦੀ ਘਾਟ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਗੁਰੂ ਨਾਨਕ ਸਾਹਿਬ ਪੈਜ ਰੱਖਦੇ ਹਨ ਨਾ, ਹਰ ਜਗ੍ਹਾ ਮੌਜੂਦ ਹਨ। ਸੇਵਕ ਦੇ ਨਾਲ ਖੜ ਜਾਂਦੇ ਹਨ। ਜਿੱਥੇ ਸੇਵਕ ਨੂੰ ਕੋਈ ਔਖੀ ਘੜੀ ਆ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਆਪ ਪਹਿਰਾ ਦਿੰਦੇ ਨੇ। ਆਪ ਕਿਸੇ ਨੂੰ ਭੇਜਦੇ ਵੀ ਨਹੀਂ, ਆਪ ਖੜ ਜਾਂਦੇ ਹਨ ਭਗਤਾਂ ਦੇ ਕੋਲ ਆ ਕੇ। ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਕੋਲ ਖੜੇ ਹੁੰਦੇ। ਇਸ ਕਰਕੇ ਨਾਮ ਇਹ ਪ੍ਰੀਤ ਪਾਉਂਦਾ ਹੈ। ਨਾਮ ਇਸ ਕਰਕੇ ਜਪਣਾ ਜ਼ਰੂਰੀ ਹੈ। ਅਧਿਕਤਰ ਸਾਧੂ ਸੰਤ ਨਾਮ ਤੇ ਜ਼ੋਰ ਪਾਉਂਦੇ ਹਨ ਕਿ ਨਾਮ ਜਪੋ, ਬਾਣੀ ਨਾਮ ਨਾਲ ਜੁੜੋ, ਗੁਰਮੰਤਰ ਨਾਲ ਜੁੜੋ। ਇਸੇ ਕਰਕੇ ਜ਼ੋਰ ਪਾਉਂਦੇ ਹਨ ਕਿ ਇਹ ਪ੍ਰੇਮ ਔਰ ਭਾਵ ਪੈਦਾ ਕਰਦਾ ਹੈ ਨਾਮ। ਇਹਦੇ ਨਾਲ ਹੀ ਸਾਰਿਆਂ ਦੇ ਭਲੇ ਹੋਣਗੇ। ਆਓ ਪਹਿਲੇ ਨਾਮ ਜਪੀਏ, ਫਿਰ ਬਾਣੀ ਦੀ ਵਿਚਾਰ ਤੇ ਕਥਾ ਆਰੰਭ ਕਰਾਂਗੇ ਜੀ। ਗੁਰੂ ਸਾਹਿਬ ਸੇਵਾ ਲੈਣ। ਵਾਹਿਗੁਰੂ 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 ਵਾਹਿਗੁਰੂ। ਜ਼ੋਰ ਦੀ ਜਪੋ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ 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 ਵਾਹਿਗੁਰੂ। ਵਾਹ ਵਾਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਓ, ਆਪਣਾ ਨਾਮ ਦੇਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏ ਹੋ, ਨਾਨਕ ਚਾਹੋ ਏ ਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
जपो जपो वाहेगुरु 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 जी का खालसा वाहेगुरु जी की फतेह। सलोक महला तीजा तीजे पातशाह श्री गुरु अमरदास महाराज साहब बाणी विच फरमाउंदे हन, विण नावै सब भरम दे। बिना नाव तो नाम जपे बिना सारे ही भरम दे हैं। चाहे कोई होवे, चाहे कोई राजा होवे, कोई गरीब होवे, जे नाम नहीं जपदा ते फिर वो भरम दा है। आखो सतनाम श्री वाह। नित जग तोटा सहसा, ये जग दे अंदर सब तो वड्डी घाट है। ਜਿਹੜੇ नाम नहीं जप रहे ना, तो समझो उन्होंने माया पक्षी नहीं, उन्होंने गुरमत पक्षी उन्होंने श्वास लेखे विच नहीं लग रहे। उन्होंने जानो सब तो वड्डा घाटा पै गया। को सतनाम श्री वाह। मन मुख कर्म कमावणे होमै अंध गुबार। मनमुख लोग है ये कर्म ते कमाउंदे हन, दुनियादारी च बड़े ही प्रबल, बड़े चुस्त होंदे हन दुनियादारी च गलबात। होमै अंध गुबार, होमे दे अंदर अन्ने होके कोई जिस तरह उन्होंने गुरमत की सोझी नहीं, उस बारे अंधा क्या है, अखां नालों अंधे नहीं। मन के उपर पर्दा पाता रब ने। होमे दे अंदर अंधे होके गुबार मान कर रहे हैं। गुरमुख अमृत पीवना नानक शब्द विचार। जड़े गुरमुख प्यारे हैं, संत प्यारे हैं, संगती रूप अंदर जड़े बैठे वो अमृत पींदे हैं। अमृत रस का भोजन छकते हैं, बाणी सुनते हैं, जपते हैं, वाहिगुरु का सिमरन करते हैं, शब्द की विचार करते हैं। सब तो वड्डी गल, जब तक शब्द की विचार नहीं होएगी ना, तद तक मुक्ति नहीं मिलनी। आखो सतनाम श्री वाह। शब्द की विचार इतनी जरूरी लिखी है बाणी में। शब्द की विचार बार बार जोर पाया गुरु नानक ने कि शब्द की विचार भी रखो, फिर उन्होंने मनो। महला तीजा सहजे जागै सहजे सोवै। जड़े गुरमुख हैं वो तो सहजे ही परमेश्वर की नाम दे नाल जाग जाते हैं। उन्हों का मन भी बड़े सहजे अंदर जाग जाता है। और जदों सवेरे अमृत वेला होंदा है उस वेले भी जल्दी उठ जाते हैं। सहजे सोवे, रात को जो नींद विच पैंदे हैं तो आराम नाल लेटते ही वाहिगुरू करते करते नींद आ जाती है, कोई चिंता नहीं। गुरमुख अन दिन उस्तत होवे। गुरमुखां दी हर वक्त ही उस्तति होती है। सारे गुरमुखां दी गल्लां नूं सलाहंदे हन, गुरमुख दे जीवन दी गल्लां करदे हन। मन मुख भरमै सहसा होवै।
ਮਨਮੁਖ ਭਰਮਿਆ ਹੋਇਆ ਹੈ, ਉਹਨੂੰ ਸਹਿਜ ਕਿੱਥੇ ਮਿਲੇਗਾ। ਅੰਤਰ ਚਿੰਤਾ ਨੀਂਦ ਨਾ ਸੋਵੈ, ਉਹਦੇ ਅੰਦਰ ਚਿੰਤਾ ਰੋਗ ਹੈ। ਚਿੰਤਾ ਚਿੰਤਨ ਨਹੀਂ ਹੈ, ਚਿੰਤਾ ਵਿੱਚ ਫਸ ਗਿਆ ਹੈ। ਨੀਂਦ ਨਹੀਂ ਆਉਂਦੀ, ਸਾਰੀ ਸਾਰੀ ਰਾਤ ਪਾਸੇ ਪਲਟਦਾ ਹੈ, ਨੀਂਦ ਦੀ ਗੋਲੀਆਂ ਖਾਂਦਾ ਹੈ ਮੈਡੀਕਲ। ਕਿਉਂ ਕਿ 2-4 ਘੰਟੇ ਆਰਾਮ ਲੈ ਲਾਂ, ਪਤਾ ਨਹੀਂ ਕੱਲ ਕੀ ਹੋ ਜਾ ਚੜਨਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਇੱਕ ਪਾਸੇ ਗੁਰਮੁਖ ਦੀ ਅਵਸਥਾ, ਜਿਹੜਾ ਚਿੰਤਾ ਬਿਨਾਂ ਸੋ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਕਰਕੇ ਸਵੇਰੇ ਉੱਠ ਵੀ ਜਾਂਦਾ। ਇੱਕ ਉਹ ਵੀ ਹਨ ਜਿਨ੍ਹਾਂ ਚਿੰਤਾ ਵਿੱਚ ਹੀ ਸੌਂਦੇ ਹਨ, ਰਾਤੀ ਲੇਟ 11-12 ਵਜੇ ਤੱਕ ਗੱਲਾਂ ਮਾਰਦੇ ਹਨ। ਚਿੰਤਾ, ਉਸ ਤੋਂ ਬਾਅਦ ਵੀ ਕੁਝ ਪਤਾ ਨਹੀਂ, ਨੀਂਦ ਆਵੇ ਨਾ ਆਵੇ, ਇਹ ਵੀ ਗੱਲ ਹੈ। ਅੰਤਰ ਚਿੰਤਾ ਨੀਂਦ ਨਾ ਸੋਵੈ, ਗਿਆਨੀ ਜਾਗੈ ਸਵੇ ਸੁਭਾਏ। ਗਿਆਨੀ ਜਿਹੜੇ ਹੁੰਦੇ ਹਨ ਉਹ ਜਾਗ ਜਾਂਦੇ ਹਨ ਸਹਿ ਸੁਭਾਈ, ਸੌਂਦੇ ਹੀ ਫਿਰ ਆਰਾਮ ਨਾਲ ਸਜਰੇ ਉੱਠ ਜਾਂਦੇ। ਨਾਨਕ ਨਾਮ ਰਤਿਆ ਬਲ ਜਾਓ, ਨਾਨਕ ਜੀ ਨਾਮ ਦੇ ਰਤੇ ਹੋਏ ਸਿੰਘਾਂ ਦੇ ਗੁਰਮੁਖ ਪਿਆਰਿਆਂ ਦੇ ਬਲ ਜਾਉਂਦੇ ਹਨ। ਪੌੜੀ ਸੇ ਹਰ ਨਾਮ ਧਿਆਵੇ, ਜੋ ਹਰ ਰਤਿਆ, ਉਹੀ ਹਰੀ ਦਾ ਨਾਮ ਧਿਆਉਂਦੇ ਹਨ ਜਿਨ੍ਹਾਂ ਨੂੰ ਰੰਗ ਚੜ ਗਿਆ ਹੈ ਨਾਮ ਦਾ, ਹੋਰ ਕੋਈ ਨਹੀਂ ਜਪ ਪਾਉਂਦਾ। ਜਿਨ੍ਹਾਂ ਨੂੰ ਪ੍ਰੇਮ ਪੈ ਗਿਆ ਹੈ ਪ੍ਰਭੂ ਨਾਲ। ਹਰ ਇੱਕ ਧਿਆਵੈ ਇੱਕ, ਉਹ ਇੱਕ ਨੂੰ ਧਿਆਉਂਦੇ ਹਨ, ਕਿਸੇ ਦੋ ਪਾਸੇ ਨਹੀਂ ਕਿ ਅੱਜ ਉਹਦਾ ਨਾਮ ਜਪ ਲਿਆ ਤੇ ਕੱਲ ਨੂੰ ਕਿਸੇ ਹੋਰ ਨੇ, ਗੁਰੂ ਨੇ ਕੰਨ ਵਿੱਚ ਦੱਸਤਾ ਫਿਰ ਉਹ ਸ਼ੁਰੂ ਕਰਤਾ, ਦੇਹਧਾਰੀ ਦੇ ਮਗਰ ਲੱਗ ਗਏ। ਨਾ ਭਾਈ, ਅੰਮ੍ਰਿਤਧਾਰੀ ਗੁਰਸਿੱਖ ਬਣਨਾ ਹੈ, 5 ਪਿਆਰਿਆਂ ਕੋਲ ਦਾਤ ਲੈਣੀ ਹੈ, ਗੁਰੂ ਵਾਲੇ ਬਣ ਕੇ ਸਿਮਰਨ ਕਰਨਾ ਹੈ। ਇੱਕੋ ਹਰ ਸੱਤਿਆ, ਉਹ ਇੱਕ ਦੀ ਸੱਤਿਆ ਚੱਲ ਰਹੀ ਹੈ, ਹੋਰ ਕੋਈ ਨਹੀਂ, ਪਰਮੇਸ਼ਰ ਇੱਕ ਹੀ ਹੈ। ਹਰ ਇੱਕੋ ਵਰਤ ਹੈ ਇੱਕ, ਇੱਕੋ ਉਤਪਤਿਆ, ਹਰ ਇੱਕੋ ਦਾ ਨਾਮ ਲੋ, ਉਹਦਾ ਹੀ ਵਰਤਾਵਾ ਹੈ। ਔਰ ਇੱਕੋ ਦੇ ਕਰਕੇ ਹੀ ਸਾਰੀ ਸ੍ਰਿਸ਼ਟੀ ਜੀਵ ਜੰਤੂ ਪੈਦਾ ਹੋ ਰਹੇ। ਜੋ ਹਰ ਨਾਮ ਧਿਆਵੇ ਤਿਨ ਡਰ ਸਤ ਕਤਿਆ, ਕੋਈ ਨਾਮ ਧਿਆਉਂਦੇ ਹਨ ਪਰਮੇਸ਼ਰ ਦਾ ਜਿਨ੍ਹਾਂ ਦੇ ਅੰਦਰੋਂ ਡਰ ਔਰ ਭਉ ਮੁੱਕ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮਤੀ ਦੇਵੈ ਆਪ, ਗੁਰੂ ਦੀ ਮਤ ਆਪ ਹੀ ਦਿੰਦਾ ਹੈ ਪਰਮੇਸ਼ਵਰ। ਗੁਰਮੁਖ ਹਰਿ ਜਪਿਆ, ਤੇ ਗੁਰਮੁਖ ਲੋਕ ਫਿਰ ਉਹਦਾ ਨਾਮ ਧਿਆਉਂਦੇ ਹਨ। ਦੇਖੋ ਹੁਣ ਬਾਣੀ ਦੀ ਵਿਚਾਰ ਕੀਤੀ ਗਈ ਹੈ, ਭਾਵੇਂ ਸੰਖੇਪ ਅੰਦਰ, ਪਰ ਕੁਝ ਸੋਝੀ ਤੇ ਪਈ ਨਾ ਕਿ ਬਾਣੀ ਵਿੱਚ ਲਿਖਿਆ ਕੀ ਹੈ, ਗੁਰੂ ਜੀ ਕਿਸ ਤਰ੍ਹਾਂ ਉਪਦੇਸ਼ ਦਿੰਦੇ ਹਨ, ਕੀ ਮਤਲਬ ਕੀ ਹੈ ਬਾਣੀ ਦਾ। ਇਹਨੂੰ ਕਹਿੰਦੇ ਬਾਣੀ ਵਿਚਾਰ। ਬਾਣੀ ਕੀ ਕਹਿੰਦੀ ਹੈ ਫਿਰ ਸੁਣਾਂਗੇ, ਫਿਰ ਮੰਨਾਂਗੇ ਨਾ। ਜੇ ਤੁਸੀਂ ਸੁਣੋਗੇ ਹੀ ਨਹੀਂ, ਪਹਿਲੇ ਸੁਣੋਗੇ, ਸੁਨਨ ਭਗਤੀ ਕਰੋਗੇ, ਫਿਰ मन्ने की गत कही ना जाए। जपजी साहब ताई है 4 पौड़ियाँ, पहले सुनन दियाँ फिर मनन दियाँ। इस करके बाणी की विचार वास्ते बार बार आग्रह किया जाता है। कथा कहानियाँ, जी कथा कहानियाँ है मन जोड़ देंदियां हैं, टुटे हुए नूं भी जोड़ सकती है। कोई गुरु का नहीं आता वो भी आना शुरू हो जाता है। इस करके विचार करनी जरूरी और लाजमी हो गई है। ये समय ऐसा चल रहा है, पहले भी जरूरी सी, हुण भी जरूरी है। आओ अज बड़ी ही वधिया टॉपिक रखा जाएगा, बोलना नाल दिया। जिहड़े बोल होंदे हैं ना, ये फिक्के हो जाण ते कई बंदे टुट सकते। आखो सतनाम श्री वाहिगुरू। रसने दे बोल ही हैं जिहड़े तुहानूं किसी नाल प्यार, किसी नाल सत्कार करा सकते। यही तुसी एक पंक्ति, सिर्फ एक पंक्ति फिक्की बोल दो किसी नाल, वो हो सकता है वो तुहाडे नाल हमेशा वास्ते बोलना ही छड्ड दे। आखो सतनाम श्री वाहिगुरू। रसना दे बोलना विच मिठास होनी, मिठत नीवी नानका गुण चंगियाइयां तक। मिठी बोलना ये गुरु नानक ने सिखा नूं सिखाया है, फिक्का नहीं बोलना। तन मन फिक्का हो जाता है जिन्हां दा मन विच फिक्का बोलना लिखिया है ना, क्रोध अंदर रहिंदे हन, किसी नूं लताड़दे हन।
आज लिती जाएगी 2-3 कथा, छोटे छोटे अंश लिते जाएंगे। ਤੁਹਾਨੂੰ ਬੋਲਣ ਅੰਦਰ ਦਇਆ ਦਾ ਕੁਝ ਪਾਰਟਸ ਪਤਾ ਲੱਗੇਗਾ, ਬੋਲਣ ਨਾਲ ਕਿਸ ਤਰ੍ਹਾਂ ਦਇਆ ਕਰ ਸਕਦੇ। ਇੱਕ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਨਾ ਦਰਬਾਰ ਸਜਿਆ ਸੀ। ਦਰਬਾਰ ਉੱਤੇ ਇੱਕ ਸੋਭਾ ਰਾਮ ਨਾਮ ਦਾ ਨਾ ਸੇਵਾਦਾਰ ਸੀ ਗੁਰੂ ਜੀ ਦਾ। ਉਹ ਰੋਜ਼ਾਨਾ ਦੇਗ ਪ੍ਰਸ਼ਾਦ ਵਰਤਾਉਂਦਾ ਸੀ, ਹੋਰ ਕੋਈ ਸੇਵਾ ਨਹੀਂ, ਤੇ ਦੇਗ ਦੀ ਸੇਵਾ ਕਰਦੇ ਸੀ ਗੁਰੂ ਘਰ ਦੀ ਹਜ਼ੂਰੀ ਅੰਦਰ। ਜਦੋਂ ਭੋਗ ਪੈਣੇ, ਅਰਦਾਸ ਹੋਣੀ, ਉਸ ਤੋਂ ਬਾਅਦ ਦੇਗ ਵਰਤਾਣੀ। ਅੱਜ ਸੋਭਾ ਰਾਮ ਸੰਗਤ ਵਿੱਚ ਸੇਵਾ ਕਰ ਰਿਹਾ ਹੈ। ਬਾਹਰੋਂ ਇੱਕ ਗਰੀਬ ਬੰਦਾ ਗੱਡੇ ਵਾਲਾ ਜੋ ਦਰਬਾਰ ਦੇ ਸਾਹਮਣੋਂ ਨਿਕਲਦਾ ਪਿਆ। ਪਹਿਲੇ ਦੇ ਗੱਡੇ ਪਸ਼ੂ ਰੁਕਦੇ ਨਹੀਂ ਸੀ, ਉਹਨਾਂ ਨੂੰ ਥੋੜ੍ਹਾ ਜਿਹਾ ਹਲਕਾ ਹੱਥ ਮਾਰ ਕੇ ਅੱਗੇ ਕਰ ਦਿੱਤਾ ਸੀ ਤਾਂ ਕਿ ਪਿੱਛੋਂ ਜਾ ਕੇ ਉਹਨੂੰ ਫੜ ਲਈਦਾ। ਉਹ ਗੱਡਾ ਚੱਲਦਾ ਰਿਹਾ ਤੇ ਸ਼ੋਭਾ ਰਾਮ ਉਤਰ ਕੇ ਦਰਬਾਰ ਵਿੱਚ ਵੜ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕ ਕੇ ਉੱਥੇ ਦੇਗ ਪ੍ਰਸ਼ਾਦ ਵੱਲ ਵਧਿਆ ਹੈ। ਉਹਨੇ ਸ਼ੋਭਾ ਰਾਮ ਨੂੰ ਰਿਕੁਐਸਟ ਕੀਤੀ ਹੈ, ਬੇਨਤੀ ਕੀਤੀ ਹੈ, ਮੇਰਾ ਗੱਡਾ ਅੱਗੇ ਨੂੰ ਜਾ ਰਿਹਾ ਹੈ ਤੇ ਤੁਸੀਂ ਮੈਨੂੰ ਪਹਿਲੇ ਤੋਰ ਦਿਓ, ਮੈਨੂੰ ਦੇਗ ਦਾ ਕਿਨਕਾ ਪਾ ਦਿਓ ਮੇਰੇ ਹੱਥ 'ਤੇ। ਸ਼ੋਭਾ ਰਾਮ ਨੇ ਪਹਿਲੇ ਤੇ ਬੜੀ ਹੀ ਔਖਾ ਦੇਖਿਆ ਉਹਦੇ ਵੱਲ, ਅੱਖਾਂ ਤਿੱਖੀਆਂ ਅੱਖਾਂ ਦਿਖਾ ਕੇ ਉਹਨੂੰ ਅਣਦੇਖਾ ਕਰਕੇ, ਜਿਹਨੂੰ ਕਹਿੰਦੇ ਨਾ, ਅੱਗੇ ਵੱਲ ਵਧਿਆ ਹੈ। ਉਹ ਜਿਹੜਾ ਗੱਡੇ ਵਾਲਾ ਗਰੀਬ ਬੰਦਾ ਉਹ ਫਿਰ ਸ਼ੋਭਾ ਰਾਮ ਵੱਲ ਵਧਿਆ ਹੈ। ਸ਼ੋਭਾ ਰਾਮ ਮੈਨੂੰ ਦੇਖ ਦੇ, ਮੈਂ ਗੁਰੂ का ਪ੍ਰਸਾਦ ਬਿਨਾਂ ਨਹੀਂ ਜਾਊਂਗਾ, ਇਹ ਕਿਰਪਾ ਹੁੰਦੀ ਹੈ, ਇਹ ਮਰਿਆਦਾ ਹੈ ਪ੍ਰਸਾਦ ਲੈ ਕੇ ਜਾਣ, ਪ੍ਰਸਾਦਾ ਦੇ ਪ੍ਰਸਾਦ। ਸ਼ੋਭਾ ਰਾਮ ਕਹਿੰਦਾ ਇੱਕ ਤਾਂ ਤੂੰ ਲੇਟ ਆਇਆ, ਸਭ ਤੋਂ ਪਿੱਛੇ ਤੂੰ, ਮੈਂ ਤੈਨੂੰ ਦੇਖਿਆ ਸਭ ਤੋਂ ਪਿੱਛਾ ਆਇਆ, ਉੱਪਰੋਂ ਤੂੰ ਇੰਨੀ ਜਲਦਬਾਜ਼ੀ ਮਚਾ ਰਿਹਾ, ਜਾ ਮੈਂ ਤੈਨੂੰ ਦਿੰਦਾ ਹੁਣ ਤਾਂ ਸਭ ਤੋਂ ਅਖੀਰ ਵਿੱਚ ਦੇਵਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਇਹਨੂੰ ਕਹਿੰਦੇ ਬੋਲ। ਇੱਕ ਸੇਵਾਦਾਰੀ ਉਹ ਵੀ ਹੈ, ਜੀ ਆਇਆਂ ਨੂੰ ਲੋ ਜੀ ਸਦਕੇ ਨੂੰ ਸੇਵਾ ਸਮਝ ਕੇ ਕਰ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਕਰਕੇ। ਇੱਕ ਉਹਨੂੰ ਉਹਦੀ ਕਮੀ ਕੱਢ ਕੇ ਉਹਨੂੰ ਜਤਾ ਰਿਹਾ ਹੈ, ਤਾੜਨਾ ਕਰ ਰਿਹਾ ਹੈ। ਸ਼ੋਭਾ ਰਾਮ ਦਾ ਇਹ ਕੰਮ ਸੀ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਆਸਾ ਦੀ ਬਾਤ। ਫਿੱਕਾ ਬੋਲ ਨਾ ਜ਼ੁਬਾਨੋਂ ਬੋਲੀਏ ਤਨ ਮਨ ਤੇਰਾ ਫਿੱਕਾ ਹੋ ਜਾਊਗਾ। ਫਿੱਕਾ ਬੋਲ ਬੋਲਦਾ। ਹੁਣ ਤੀਜੀ ਵਾਰੀ ਸ਼ੋਭਾ ਰਾਮ ਨੇ ਫਿਰ ਹਿੰਮਤ ਮਾਰੀ, ਭਾਈ ਸਾਹਿਬ ਜੀ ਦੇਗ ਦਾ ਕਿਨਕਾ ਦੇ ਦਿਓ, ਮੈਂ ਜਾਣਾ ਹੈ, ਮੇਰਾ ਗੱਡਾ ਪਤਾ ਨਹੀਂ ਕਿੰਨੇ ਕਿਲੋ ਅੱਗੇ ਮੀਲ ਅੱਗੇ ਚਲਾ ਜਾਏਗਾ। ਨਹੀਂ, ਇਸ ਵਾਰ ਤਾਂ ਹੱਦ ਹੀ ਹੋ ਗਈ। ਪਹਿਲੇ ਤੇ ਸਿਰਫ ਤਾੜਨਾ ਮਾਰੀ, ਇਸ ਵਾਰੀ ਸ਼ੋਭਾ ਰਾਮ ਕਹਿੰਦਾ ਕੀ ਰਿਛਾਂ ਕੰਨ ਟੱਪੀ ਜਾਣਾ, ਜਦ ਦਾ ਆਇਆ ਰਿਛ ਕੰਨ ਟੱਪੀ ਜਾਣਾ। ਹੁਣ ਜਿਹੜਾ ਗਰੀਬ ਸੀ ਗੱਡੇ ਵਾਲਾ, ਉਹਦੇ ਕੋਲ ਸਿਆ ਨਹੀਂ ਗਿਆ। ਕਹਿੰਦੇ ਭਗਤ ਕੋਲੋਂ ਇੱਕ ਮਰਿਆਦਾ ਹੁੰਦੀ ਹੈ ਸਹਿਣ ਸ਼ਕਤੀ ਦੀ। ਹੁਣ ਉਹਨੇ ਕਿਹਾ ਚੱਲ ਭਾਈ ਤੂੰ ਦੇਗ ਨਾ ਦੇਵੇ ਨਾ ਦੇ। ਉਹ ਤਿਨਕਾ ਉਹਦੇ ਹੱਥਾਂ ਤੋਂ ਡਿੱਗ ਗਿਆ ਜ਼ਮੀਨ ਤੇ, ਧਰਤੀ ਤੇ, ਟਾਟ ਤੇ। ਉਹਨੇ ਉਹੀ ਚੁੱਕ ਕੇ ਮੂੰਹ 'ਚ ਪਾ ਲਿਆ ਗਰੀਬ ਬੰਦੇ ਨੇ, ਔਰ ਕਹਿੰਦਾ ਤੂੰ ਸੰਗਤ ਨੂੰ ਫਿੱਕਾ ਬੋਲਦਾ ਹੈ, ਸੰਗਤ ਵਿੱਚ ਰੱਬ ਵਸਦਾ ਹੈ। ਯਾਦ ਰੱਖੀ, ਜਿਹੜਾ ਤੂੰ ਰਿਛ ਮੈਨੂੰ ਕਿਹਾ ਹੈ ਨਾ ਸੰਗਤ ਨੂੰ, ਇੱਕ ਦਿਨ ਆਏਗਾ ਰਿਛ ਤੇ ਤੂੰ ਬਣੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਸ ਇਹ ਪਲਟਵਾਰ ਹੋ ਗਿਆ। ਔਰ ਇੰਨਾ ਕਹਿ ਕੇ ਉਹ ਗੱਡੇ ਵਾਲਾ ਗਰੀਬ ਬੰਦਾ ਨਿਕਲ ਗਿਆ। ਉਹਨੇ ਆਪਣੇ ਕੰਮ ਕਰ ਲਿਆ। ਗੁਰੂ ਜੀ ਨੂੰ ਕੁਛ ਨਹੀਂ ਪਤਾ। ਅੰਤਰਜਾਮੀ ਗੁਰੂ ਸਭ ਦੇਖਦੇ ਹਨ, ਜਾਣਦੇ ਹਨ, ਪਰ ਕੁਛ ਨਹੀਂ ਬੋਲੇ ਵਿੱਚ, ਕੁਛ ਨਹੀਂ, ਕਿੰਤੂ ਪਰੰਤੂ ਨਹੀਂ ਬੋਲੇ ਗੁਰੂ ਜੀ। ਹੁਣ ਸਮਾਂ ਬੀਤਿਆ, ਅਕਾਲ ਚਲਾਣਾ ਕਰ ਗਿਆ, ਸ਼ੋਭਾ ਰਾਮ ਮਰ ਗਿਆ। ਉਹਨੂੰ ਦੇਵਤੇ ਨਹੀਂ ਲੈਣ ਆਏ, ਹਾਲਾਂਕਿ ਗੁਰੂ ਘਰ ਦਾ ਸੇਵਾਦਾਰ ਸੀ, ਫਿਰ ਵੀ ਉਹਨੂੰ ਯਮਦੂਤ ਲੈਣ ਆ ਗਏ ਔਰ ਉਹਨੂੰ ਫੜ ਕੇ ਇੱਕ ਜੋਨੀ ਦੇ ਦਿੱਤੀ ਗਈ ਰਿਛ ਦੀ। ਰਿਛ ਭਾਲੂ, ਰਿਛ ਬਣਾਤਾ ਉਹਨੂੰ ਸੇਵਾਦਾਰ ਨੂੰ। ਹੁਣ ਉਹ ਸਮਾਂ ਪਲਟਿਆ, ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆ ਗਿਆ। ਅੱਜ ਕੀਰਤੀਆ, ਭਾਈ ਕੀਰਤੀਆ ਜੀ, ਜੋ ਬੜੇ ਸਤਿਕਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਚਵਰ ਸਾਹਿਬ ਕਰਦੇ ਸਨ, ਰੋਜ਼ਾਨਾ ਪਿੱਛੇ ਵੱਲ ਚਵਰ ਸਾਹਿਬ ਕਰ ਰਹੇ ਹਨ। ਇੱਕ ਰਿਛ ਵਾਲਾ ਆ ਗਿਆ ਹੈ ਤਮਾਸ਼ਾ ਦਿਖਾਣ।
गुरु जी की आग्ञा लैके रिछ वाले ने तमाशा दिखाना शुरू किया ते सारी संगत जो खड़े सन दरबार गुरु जी दे, गुरु गोबिंद सिंह जी दे, सारे देख के हस रहे हैं क्योंकि बड़े सोहने सोहने तमाशे दिखा रहा से रिछ, करतब दिखा रहा से। कीर्तिया भी हस पिया चोर साहब वाला। बाबा जी थोड़ी जी पिछे अख करके अंतरजामी गुरु कहते, कीर्तिया सारी संगत हसे पर तू ना हसी, आखो सतनाम श्री वाहिगुरू। कीर्तिया जी हैरान हो गए, इन्नी वधिया तमाशा हो रहा है क्यों ना हसा गुरु जी, मैनू क्यों टोकिया? कहते तेनू पता नहीं ना ये कौन है, तेनू पता है रिछ कौन है? कहते नहीं पता। कहते ये तेरा पिता बापू है शोभा राम, आखो सतनाम श्री वाहिगुरू। शोभा राम? कीर्तिया जी कहते ये की भाना वरतिया, वो तो गुरु तेग बहादुर जी के नाल सेवादार सन, ये किद्दां हो सकता है? गुरु घर की सेवा का यही इनाम मिलता है, ये सजावां मिलती हैं। कहते अज तो मैं भी ये सेवा, मेरा दिल नहीं करता हूँ मैं सेवा त्याग दांगा, को सतनाम श्री वाहिगुरू। गुरु गोबिंद सिंह जी कहते कीर्तिया तू चवर साहब की सेवा छड़ रहा, चवर साहब की बुरा ना मनी, तू जाएगा होरां दी लाइन लग जाएगी, इधर कोई होर सेवादार आ जाएगा, तेरे बिना काम, ये ना सोच काम नहीं चलना। पर गल तो सुन के जा, अपने बापू की गलती कित्थे हुई? कहते वो तो मैं सच्ची मुच्ची सुनागा, मैनू सारी कथा सुनाओ। कीर्तिया सन्मुख होके बैठा है चरना, सारी संगत बैठी है, गुरु गोबिंद सिंह जी ने सारी गल सुनाई, किद्दां गड्डे वाला आया, किद्दां इन्ने फिक्के बोल बोले शोभा राम, अज रिछ बनिया फिरदा संगत दे केत, फिक्का बोल बोलदा सी, संगत दा दिल दुखांदा सी, अवा तवा बोलदा सी, बोलन दी बोल चंगे नहीं सी, मिठे बोल नहीं सी। सेवा सीगी, सेवा नूं की करोगे जब मिठे बोल ही नहीं होणगे? ते बाणी दा की फायदा जे बाणी पढ़ के भी लड़ाई झगड़े करने, गालां कढ़नियां, मूँह तो फिक्का बोलना, ये थोड़ा ना शोभा दिंदा है। गुरसिੱਖੀ कुछ होर रस्ते जाती। हुण की होया, बस कीर्तियां नूं सारी गल समझ आ गई। कहंदे महाराज मेरे पिता जी का भला कर दो, भुलनहार है मेरे बापू, इस रिछ जोनी विच आए हैं, भला करो इन्हां दा। गुरु गोबिंद सिंह जी कहते भला ही कराण ते आया है, क्योंकि सेवा का फल तो देना सी ना इन्हूं। आओ, रिछ ने जो मत्था टेकिया है तो उहदे प्राण पंखेरू उड़ गए, आखो सतनाम श्री वाहिगुरू। और अरशां तो उपरों देवते आए हैं विमान लैके उस रिछ की जोन वाले शोभा राम वास्ते, ताकि उन्होंने बेखुंठा भी जगह मिलेगी। गुरु गोबिंद सिंह जी के चरण छूण नाल उहदा अंतिम वेला होया है। इस करके सेवा करके यानी तार लिया बाबा जी। फिक्के बोल दे उपर यह जी महाभारत हुई है ना, जी पुरातन कथा है महाभारत, ये अंदर भी यही गल आती है। द्रौपदी सी, द्रौपदी पांडवां की पत्नी। हुण द्रौपदी बड़ा ही सुंदर महल बनवाया गया है पांडवां कोलों। अज उस महल नूं देखण दुर्योधन भी आया है। दुर्योधन है तो बैरी सी पांडवां दा, पर एक ईरखा करदा सी ते देखण आया है। भरा ते लगदा ही सी, ते घर विच आया ते उन्हें बड़ा ही चमत्कारी घर देखिया। चमत्कारी, उस चमत्कारी घर की विशेषता सी कि उधर एक फर्श सी। फर्श वो दिखाई दे रहा है फर्श, लेकिन है सी जल का कुंड। सजावट ऐसी की गई सी कि बंदा भुलेखे नाल पैर रख ले तो अंदर जल सी, और जिते जल सी उत्थे फर्श बने पे सी। कमाल की गल। हुण वो जल वाले पासे डरदा वो पैर ना रखे। दुर्योधन अगों हसन लगे, द्रौपदी ते होर पांडव कहते महाराज पैर रखो, तुसीं अंदर डुबोगे नहीं। उन्हें डर डर के जो दुर्योधन ने पैर रखिया तो वो फर्श सी पक्का। वो चलिया, फिर बड़ा खुश होया, कहता कमाल है। थोड़ी अगे गया, फिर जल
फर्श आ गए, फर्श पक्के कलीन बिछे पे, बड़े सुंदर सजावट। वो दरअसल जल सी, ਉਹਦੇ ਥੱਲੇ ਕੁੰਡ ਸੀਗਾ ਜਲ ਦਾ, ਪੁੱਠਾ ਕੰਮ ਸੀ। ਉਹਨੇ ਕਾਰਪੇਟ ਸਮਝ ਕੇ ਪੈਰ ਧਰੀ ਗਿਆ ਠਾਂ ਕਰਕੇ ਜਲ ਦੇ ਵਿੱਚ ਡੁੱਬ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। द्रौपदी हसी है बड़ी जोर जोर दी, बड़ी जोर दी। द्रौपदी ने एक फिक्का बोल बोलिया उस वेले जो उन्हें बोलना नहीं चाहिए सी, मेहमान नाल, अतिथि नाल। कहते अन्ने दा पुत्र अन्ना ही होएगा। आखो सतनाम श्री वाहिगुरू। बस ये हुई है लड़ाई। तुहानू पता है इन्नी वड्डी महाभारत है, द्रौपदी दे बोल ते हो गई ने। द्रौपदी ने ना फिक्का बोलती, रसना तो इन्ना बुरा ना बोलती किसी के प्रति, हो सकता है ये युद्ध टल जाते। उत्थों दुर्योधन नूं ईरखा पैदा हो गई कि द्रौपदी की बेइज्जती करनी है। इन्हें बड़ी बेइज्जती की। मैं राजा सी, बड़ा तगड़ा अमीर बंदा सी दुर्योधन। कहते मेरा मजाक उड़ाया, मैनू अन्ना कहा तो नाले मेरे बापू नूं भी अन्ना कहता। धृतराष्ट्र तुहानू पता वो अन्ना ही सी, वो तो सच्ची मुच्ची अन्ना सी। ते ये जिहड़े बोल होंदे है जी, ये लड़ाई भी करांदे हन, प्यार भी करांदे हन। इहदे नाल सदैव ही कोशिश करो मिठा बोलो, रसना नाल प्रेम दे बोल, किसी नूं जोड़ो तोड़ो ना, बाणी नाल जोड़ो। बाणी दी विचार करोगे ना तो फिर आप ही आप जी नूं समझ आ जाएगा। आनंद साहब रोज पढ़ते हो, आनंद साहब जी की कभी व्याख्या भी करके देखो, कभी स्टीक लैके बैठो। मैं कहना गुरु अमरदास जी ने सारी जिंदगी सिखाती आनंद साहब जी के पाठ। किसना नेत्रा नाल देखना है सीखने, किसना रसना नाल बोलना है, करना नाल की करना है करन, कन किस काम आंदे साडे। ये सारी भगतियां सिखाइयां हैं बाबा जी ने, गुरु अमरदास जी ने। आनंद साहब जी के पूरे 40 पौड़ी के पाठ, सारा पाठ पढ़ो, उसकी व्याख्या करो। कभी इन्ना रस आएगा, इन्ना रस आएगा, एक एक वर्ड शब्द तुहाडे मन नूं घात कर देगा। ये गुरबाणी दी विचार नाल पता लगता है। जपजी साहब की कभी विचार करके देखो, जपजी साहब की कहती है। श्लोक महला 9वां जी की विचार करके देखो, जिहड़ी बाणी पढ़ते हो। पिछे 2 विचारा हो चुकी है, जपजी साहब भी संपूर्ण विचार हो चुकी है, तो श्लोक महला 9वां की भी कथा हो चुकी है। होर भी बाणियां नूं लवांगे वारी वारी। चौपाई साहब जी का पाठ, आनंद साहब जी का पाठ, जाप साहब जी का पाठ, सुखमनी साहब जी का पाठ। गुरु कृपा करे जे संगत इसी तरह रुचि दिखाएगी, इंटरस्ट दिखाएगी, तां फिर सजदे हैं दीवान। दीवान तो तां ही सजदे हैं संगत करके। खाली बंदा ठीक है गुरु जी सामने हैं ममना, ये गुरु ग्रंथ साहब जी सारी कथा सुनते हैं, चाहे कोई ना सुने, गुरु सब देख रहे हैं। पर दरबार ते संगत नाल ही जचदे हैं। आखो सतनाम श्री वाहिगुरू। ये जिन्ने सोने दरबार सजे हैं ये संगत करके हैं। गुरु जी भी संगत नूं बड़ा ज़्यादा मान सम्मान सत्कार देंदे हैं कि संगत आनी चाहिए, तो संगत फिर सावधान होके एकाग्र होके कथा सुने। इहदे नाल फायदा ही फायदा, सब नूं फायदा हो जाएगा। जिन्ने भी बैठे उन्होंने फिर आनंद भी आएगा। जड़े एक बारी वाहिगुरू बोलते हो उधर 100 बारी आवाज आएगी वाहिगुरू की। एक बारी जोर दी बोल के देखो, वाहिगुरू 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 वाहिगुरू। इस तरह जड़े दीवान हैं, जिहड़ी संगत है, उदा लाभ 1000 गुना वध जांदा ने, 1000 गुना। ये तप बन जाता है, किन्ने साल की भगती बन जाती है, जिन्नी तुसी हो सकता 5-6 घंटे कोई अपने आप में एकांत ला के पाठ करे, नहीं बनेगी ये गल जो ये 5-10 मिनटां च बन जाएगी। ये संगत का गुण बहुत अधिकाई ने। ये उन्होंने पता है जिन्होंने संगत की है, जिन्होंने कथावां सुनिया है, साधु संगतां नाल बैठे हैं, विचरे हैं, उन्होंने इस गल की सोची आ गई है कि ये जिहड़ा पल है ये नहीं मिलना, ये सैकेंड, ये घड़ियां बिल्कुल नहीं मिलनी। इहदे उत्ते दे देवते भी लोचदे हैं कि संगत की घड़ियां प्राप्त हो जाण सानूं। संगत ये तो गुरु की कथा है, हरि की कथा है, अपनी बनाई कोई कथा नहीं चल रही।
ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਇਹਦਾ ਤੇ ਫਾਇਦਾ ਹੀ ਫਾਇਦਾ ਹੈ। ਕੰਨ ਵੀ ਪਵਿੱਤਰ, ਮਨ ਵੀ ਪਵਿੱਤਰ, ਹਿਰਦਾ ਵੀ ਪਵਿੱਤਰ, ਦੁਨੀਆਦਾਰੀ ਵੀ ਪਵਿੱਤਰ। ਜੇ ਇੱਧਰੋਂ ਕੁਝ ਪੱਲੇ ਪਏਗਾ ਤਾਂ ਹੀ ਅੱਗੇ ਦੁਨੀਆਦਾਰੀ ਜੋਗੇ ਹੋਵਾਂਗੇ। ਦੁਨੀਆ ਨਾਲ ਵਰਤੋਂ ਸਹੀ ਰੱਖਾਂਗੇ, ਬੋਲ ਫਿੱਕੇ ਨਹੀਂ ਬੋਲਾਂਗੇ, ਸੇਵਾਦਾਰੀ ਕਰਾਂਗੇ ਤੇ ਸੇਵਾ ਦੇ ਅੰਦਰ ਵੀ ਨਿਮਰਤਾ ਰੱਖਾਂਗੇ, ਹੰਕਾਰ ਤੋਂ ਬਚਾਂਗੇ, ਹਉਮੈ ਤੋਂ ਬਚਾਂਗੇ, ਕਿਸੇ ਦਾ ਦਿਲ ਨਹੀਂ ਦੁਖਾਵਾਂਗੇ। ਇਹ ਸਭ ਗੱਲਾਂ ਕਿੱਥੋਂ ਪਤਾ ਲੱਗਦੀਆਂ? ਸੰਗਤ ਤੋਂ ਹੀ ਪਤਾ ਲੱਗਦੀ। ਭਾਈ ਇਹ ਸੰਗਤ ਪਹਿਲੀ ਗੱਲ ਹੈ, ਜੋ ਵੀ ਗੁਰੂ ਕਰਾਂਦਾ ਹੈ, ਇਨਸਾਨ ਕੁਝ ਨਹੀਂ ਕਰ ਸਕਦਾ। ਜੇ ਮਨੁੱਖ ਸੋਚੇ ਨਾ ਮੈਂ ਕੁਝ ਵੀ ਬੋਲ ਸਕਣਾ, ਨਹੀਂ ਬੋਲ ਪਾਏਗਾ, ਇੱਕ ਸੈਕਿੰਡ ਵੀ ਨਹੀਂ ਬੋਲ ਪਾਏਗਾ। ਮੇਰੀ ਗੱਲ ਮੰਨੋ, ਜੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਹੱਥ ਨਾ ਰੱਖਣ ਨਾ, ਕਲਗੀਆਂ ਵਾਲੇ ਪਾਤਸ਼ਾਹ, ਤੇ ਕੋਈ ਵੀ ਉਪਦੇਸ਼ ਗੁਰੂ ਘਰ ਵਿੱਚ ਹੋ ਹੀ ਨਹੀਂ ਸਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਦਾ ਮਤਲਬ ਉਹ ਹੀ ਕਰਾ ਰਹੇ, ਆਪ ਜਪਾਏ ਜਪੇ ਸੁਨਾਓ, ਉਹਨਾਂ ਦੀ ਖੁਸ਼ੀ ਵਿੱਚ ਕੰਮ ਹੁੰਦਾ ਹੈ। ਤੇ ਜਦ ਤੱਕ ਉਹ ਚਾਹਣਗੇ ਤਦ ਤੱਕ ਵਾਹਿਗੁਰੂ ਇਹ ਸਮਾਂ ਬਣਦਾ ਰਹੇਗਾ। ਆਓ ਸਾਰੇ ਨਾਮ ਜਪ ਕੇ ਸਮਾਪਤੀ ਵੱਲ ਵਧੀਏ ਜੀ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ।